जी की फतेह। सुनी अरदास स्वामी मेरे, सर्ब कला बण आई। प्रगट भई सगले युग अंतर, गुरु नानक की वड्याई। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गर्भास न परियारे। गुरु नानक जिन सुनिया पेखिया, से फिर गर्भास न परियारे। जुग जुग अटल शब्द गुरु धन धन साहिब श्री गुरु ग्रंथ साहिब जी की पावन बाणी। गुरु इतिहास ते गुरु सिद्धांत नाल सांझ पाण लई जुड़ बैठी सर्व संगत जीओ, सुनिमर फतेह प्रवान करनी। वाहिगुरु जी का खालसा, वाहिगुरु जी की फतेह। गुरु परमेश्वर जी की किरपा सदका, आप संगतां दी आसीसां सदका आपां भगत नामदेव जी की बाणी की लड़ीवार विचार आरंभी सी। उस लड़ी विच अज सोरठ राग विच गुरु ग्रंथ साहिब जी के अंक 657 ते सुभाएमान शब्द ਉਹਦੀ ਵਿਚਾਰ ਆਪਾਂ ਰਲ ਮਿਲ ਕੇ ਕਰਨ ਦਾ ਯਤਨ ਕਰਾਂਗੇ। ਸੋ ਪਹਿਲਾਂ ਸ਼ਬਦ ਦਾ ਪਾਠ ਕਰ ਲੈਣੇ ਆ ਜੀ, ਫਿਰ ਅਖਰੀ ਅਰਥ ਕਰਾਂਗੇ, ਫਿਰ ਆਪਾਂ ਭਾਵ ਅਰਥ ਰਲ ਮਿਲ ਕੇ ਸਾਂਝੇ ਕਰਾਂਗੇ ਜੀਓ। ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਕਰ ਦੂਜਾ, ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। नाद समाय लोरे सतगुर भेट ले देवा रहाओ। जह चिल मिल कार दिसंता, तह अनहद शब्द बजंता। ज्योति ज्योत समानी, मैं गुर प्रसादी जानी। रतन कमल कोठरी, चमकार बीजुल तही। निरै नाही दूर, निज आत्म रहया भरपूर। जह अनहत शब्द, जह अनहत सूर उजियारा, तह दीपक जलै छंछारा। जह अनहत सूर उजियारा, तह दीपक जलै छंछारा। गुर प्रसादी जानिया, जन नामा सहज समानिया। गुर प्रसादी जानिया, जन नामा सहज समानिया। राग सोरठ विच ਇਹ ਸ਼ਬਦ ਬਖਸ਼ਿਸ਼ ਹੋਇਆ। ਭਗਤ ਨਾਮਦੇਵ ਜੀ ਦੀ ਬਾਣੀ ਹੈ। ਘਰ ਦੂਜੇ ਵਿੱਚ ਗਾਉਣ ਦੀ ਹਿਦਾਇਤ ਗੁਰੂ ਪਾਤਸ਼ਾਹ ਨੇ ਕੀਤੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮਾਤਮਾ ਨਿਰੰਕਾਰ ਇੱਕ ਹੈ। ਸਾਰੇ ਜੀਵਾਂ ਵਿੱਚ ਇੱਕ ਰਸ ਰਮਿਆ ਹੋਇਆ। ਪੂਰੇ ਗੁਰੂ ਦੀ ਕਿਰਪਾ ਸਦਕਾ ਉਹਨੂੰ ਮਿਲਿਆ, ਜਾਣਿਆ, ਪਛਾਣਿਆ, ਉਹਦੇ ਨਾਲ ਇੱਕਮਿਕ ਹੋਇਆ ਜਾ ਸਕਦਾ ਹੈ। जब देखा तब गावा, तौ जन धीरज पावा। नाद समाय लो रे, सतगुर भेट ले देवा रहाओ। रहाओ दा बंद है नाद समाय लो रे, सतगुर भेट ले देवा। भगत बाणी विच बहुत सारे शब्द जिहड़े ने ਉਹ ਗੁੱਝੀਆਂ ਰਮਜ਼ਾਂ ਵਿੱਚ ਨੇ। ਇੱਥੇ ਵੀ ਭਗਤ ਜੀ ਬਖਸ਼ਿਸ਼ ਕਰ ਰਹੇ ਨੇ कि निरंकार परमेश्वर की कृपा सदका देवा, परमेश्वर की कृपा सदका पूरे सतगुरु नाल
ਭੇਂਟ ਹੋਈ, ਮਿਲਾਪ ਹੋਇਆ, ਸਾਂਝ ਬਣੀ। ਸਤਿਗੁਰੂ ਦੇ ਸ਼ਬਦ ਦੇ ਵਿੱਚ ਮਨ ਜਿਹੜਾ ਸੀ ਉਹ ਰਮ ਗਿਆ, ਲੀਨ ਹੋ ਗਿਆ, ਸ਼ਬਦ ਰੂਪ ਹੋ ਗਿਆ, ਉਹਦੇ ਚ ਸਮਾ ਗਿਆ। ਨਾਦ ਸਮਾਇ ਲੋਰੇ ਸਤਿਗੁਰ ਭੇਟਲੇ ਦੇਵਾ। ਦੇਵਾ ਭਾਵ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਸਦਕਾ ਪੂਰੇ ਸਤਿਗੁਰੂ ਨਾਲ ਭੇਂਟ ਹੋਈ ਤੇ ਮਨ ਜਿਹੜਾ ਪਹਿਲਾਂ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਲੀਨ ਸੀ ਉਹ ਸ਼ਬਦ ਵਿੱਚ ਲੀਨ ਹੋ ਗਿਆ, ਸ਼ਬਦ ਵਿੱਚ ਸਮਾ ਗਿਆ। ਸੋ ਇਸ ਪੰਕਤੀ ਨੂੰ ਧਿਆਨ ਚ ਰੱਖ ਕੇ ਆਪਾਂ ਬਾਕੀ ਸ਼ਬਦ ਦੇ ਵਿਚਾਰ ਵੀ ਰਲ ਮਿਲ ਕੇ ਕਰਾਂਗੇ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਜਦੋਂ ਵੀ ਮੈਂ ਨਿਰੰਕਾਰ ਨੂੰ ਸੁਰਤ ਦੀਆਂ ਅੱਖਾਂ ਨਾਲ ਦੇਖਦਾ ਤੇ ਮੈਂ ਉਹਦੀ ਸਿਫਤ ਸਲਾਹ ਵਿੱਚ ਮੇਰਾ ਮਨ ਜੁੜ ਜਾਂਦਾ ਹੈ ਤੇ ਮੈਨੂੰ ਉਹਦੀ ਸੇਵਾ ਵਿੱਚੋਂ ਉਹਦਾ ਸੇਵਕ ਬਣ ਕੇ ਸਕੂਨ, ਚੈਨ, ਠੰਡਕ, ਤਰਵਾਸ, ਧੀਰਜ ਮਿਲਦਾ ਹੈ। ਨਾਦ ਸਮਾਇ ਲੋਰੇ ਸਤਿਗੁਰ ਭੇਟਲੇ ਦੇਵਾ। ਨਿਰੰਕਾਰ ਦੀ ਕਿਰਪਾ ਨਾਲ ਪੂਰੇ ਗੁਰੂ ਨਾਲ ਮਿਲਾਪ ਹੋਇਆ, ਪੂਰੇ ਗੁਰੂ ਦੀ ਰਹਿਮਤ ਸਦਕਾ ਸ਼ਬਦ ਵਿੱਚ ਮਨ ਲੀਨ ਹੋ ਗਿਆ। ਜਹ ਝਿਲਮਿਲ ਕਾਰ ਦਿਸੰਤਾ, ਤਹ ਅਨਹਦ ਸ਼ਬਦ ਬਜੰਤਾ। ਕਹਿੰਦੇ ਜਿੱਥੇ ਮਨ ਵਿੱਚ ਪਹਿਲਾਂ ਮਾਇਆ ਦੇ ਚਮਕ ਦਮਕ ਵਾਲੇ ਰੰਗ ਤਮਾਸ਼ੇ ਜਿਹੜੇ ਸੀ ਉਹੀ ਹਮੇਸ਼ਾ ਸੁਰਤ ਵਿੱਚ ਟਿਕੇ ਹੁੰਦੇ ਸੀ, ਉਹੀ ਦਿਸਦੇ ਸੀ, ਉਹਨਾਂ ਵਿੱਚ ਹੀ ਮਨ ਜੁੜਿਆ ਰੁੱਝਿਆ ਰਹਿੰਦਾ ਸੀ ਤਨ ਮਨ। ਕਹਿੰਦੇ ਉੱਥੇ ਹੁਣ ਪੂਰੇ ਗੁਰੂ ਦੇ ਨਾਲ ਮਿਲਾਪ ਹੋਣ ਕਰਕੇ ਪਰਮੇਸ਼ਰ ਦੀ ਕਿਰਪਾ ਸਦਕਾ ਮਨ ਜਿਹੜਾ ਹੈ ਉਹ ਉਹਨਾਂ ਨੂੰ ਤਿਆਗ ਕੇ ਸ਼ਬਦ ਵਿੱਚ ਲੀਨ ਹੋ ਗਿਆ, ਸ਼ਬਦ ਵਿੱਚ ਜੁੜ ਗਿਆ, ਸ਼ਬਦ ਨਾਲ ਰਮ ਗਿਆ। ਤਾਂ ਅਨਹਤ ਸ਼ਬਦ ਬਜੰਤਾ। ਉੱਥੇ ਹੁਣ ਹਰ ਸਮੇਂ ਸੁਰਤ ਵਿੱਚ ਸ਼ਬਦ ਟਿਕਿਆ ਰਹਿੰਦਾ ਹੈ ਔਰ ਮਾਨੋ ਉਹ ਸ਼ਬਦ ਦੀ ਹੀ ਗੂੰਜ ਪੈਂਦੀ ਹੈ। ਉਹ ਅਨਹਦ ਸ਼ਬਦ ਜਿਹੜਾ ਬਿਨਾਂ ਕਿਸੇ ਸਾਜ਼ਾਂ ਦੇ, ਬਿਨਾਂ ਕਿਸੇ ਦੋ ਚੀਜ਼ਾਂ ਦੇ ਟਕਰਾਵ ਤੋਂ ਉਤਪੰਨ ਹੁੰਦਾ, ਉਹ ਸਹਿਜ ਸੁਭਾਅ ਹੀ ਉਹ ਹਿਰਦੇ ਵਿੱਚ ਉਹ ਨਾਦ ਭਾਵ ਸ਼ਬਦ ਜਿਹੜਾ ਹੈ ਉਹ ਗੂੰਜਦਾ ਹੈ ਸੁਰਤ ਵਿੱਚ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ। ਪਰਮੇਸ਼ਰ ਜਿਹੜਾ ਪਰਮ ਜੋਤ ਹੈ ਉਹਦੇ ਵਿੱਚ ਮੇਰੀ ਆਤਮਿਕ ਰੂਪ ਜੋਤ ਜਿਹੜੀ ਹੈ ਉਹ ਸਮਾ ਕੇ ਉਹਦੇ ਨਾਲ ਇੱਕਮਿਕ ਹੋ ਗਈ ਹੈ। ਜਿਹੜੀ ਮੈਂ ਗੁਰੂ ਦੀ ਕਿਰਪਾ ਸਦਕਾ ਇਹ ਅਵਸਥਾ ਪ੍ਰਾਪਤ ਕੀਤੀ ਹੈ, ਗੁਰੂ ਦੀ ਕਿਰਪਾ ਸਦਕਾ ਉਹਨੂੰ ਜਾਣਿਆ, ਪਹਿਚਾਣਿਆ ਤੇ ਉਹਦੇ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਉਹਦੇ ਨਾਲ ਇੱਕਮਿਕ ਹੋ ਗਿਆ। ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀਂ। ਕਮਲ ਕੋਠਰੀ ਭਾਵ ਮੇਰੇ ਹਿਰਦੇ ਰੂਪੀ ਕਮਲ ਕੋਠਰੀ, ਜਿਹਦੇ ਵਿੱਚ ਉਸ ਮਾਲਕ ਨੇ ਬੇਅੰਤ ਗੁਣਾ ਰੂਪੀ ਰਤਨ ਜਿਹੜੇ ਸੀ ਉਹ ਰੱਖੇ ਹੋਏ ਸੀ, ਲੇਕਿਨ ਉਸ ਕੋਠਰੀ ਤੱਕ ਮੇਰੀ ਪਹੁੰਚ ਨਹੀਂ ਸੀ। ਗੁਰੂ ਦੇ ਸ਼ਬਦ ਨੇ ਜਿਵੇਂ ਹਨੇਰੇ ਵਿੱਚ ਕੋਈ ਜਾ ਰਿਹਾ ਹੋਵੇ ਤੇ ਉਹਨੂੰ ਰਾਹ ਨਾ ਦਿਸੇ ਤੇ ਉੱਥੇ ਬਿਜਲੀ ਚਮਕ ਪਵੇ, ਬਿਜਲੀ ਦੀ ਚਮਕਾਰ ਹੋਵੇ ਤਾਂ ਰਾਹ ਪਤਾ ਲੱਗ ਜਾਏ ਵੀ ਇੱਧਰ ਨੂੰ ਜਾਣਾ ਹੈ, ਆ ਮੇਰਾ ਰਾਹ ਹੈ। ਕਹਿੰਦੇ ਗੁਰੂ ਦੇ ਸ਼ਬਦ ਨਾਲ ਉਹ ਮਾਨੋ ਹਿਰਦੇ ਵਿੱਚ ਗਿਆਨ ਦੀ ਬਿਜਲੀ ਜਿਵੇਂ ਚਮਕੀ, ਉਹਨੇ ਰੋਸ਼ਨੀ ਕੀਤੀ ਤੇ ਉਸ ਹਿਰਦੇ ਵਿੱਚ ਰਤਨ ਬੇਅੰਤ ਪਏ ਸੀ, ਉਸ ਮਾਲਕ ਨੇ ਬਖਸ਼ਿਸ਼ ਕੀਤੇ ਸੀ ਜਿਹੜੇ, ਕਹਿੰਦੇ ਉਹਨਾਂ ਨਾਲ ਮਿਲਾਪ ਹੋ ਗਿਆ, ਉਹਨਾਂ ਤੱਕ ਪਹੁੰਚ ਹੋ ਗਈ, ਉਹਨਾਂ ਨਾਲ ਜਾਣ ਪਛਾਣ ਹੋ ਗਈ, ਉਹ ਹਾਸਲ ਹੋ ਗਈ। ਨਿਰੈ ਨਾਹੀ ਦੂਰ ਨਿਜ ਆਤਮੈ ਰਹਾ ਭਰਪੂਰ। ਕਹਿੰਦੇ ਉਹ ਮਾਲਕ ਜੀ ਨੂੰ ਸਾਰਾ ਜਗਤ ਇਹ ਸੋਚਦਾ ਵੀ ਪਤਾ ਨਹੀਂ ਦੂਰ ਕਿੱਥੇ, ਸੱਤ ਅਸਮਾਨਾਂ ਤੋਂ ਪਰੇ ਹੈ, ਪਤਾ ਨਹੀਂ ਕਿੱਥੇ ਸਵਰਗ ਵਿੱਚ ਬੈਠਾ ਹੈ, ਬਹਿਸ਼ਤ ਵਿੱਚ ਬੈਠਾ ਹੈ, ਬੜੀ ਦੂਰ ਬੈਠਾ ਹੈ ਜਿਸ ਤੱਕ ਪਹੁੰਚ ਨਹੀਂ ਹੋ ਸਕਦੀ। ਕਹਿੰਦੇ ਗੁਰੂ ਦੇ ਸ਼ਬਦ ਨੇ ਉਹਨੂੰ ਬਿਲਕੁਲ ਨਾਲ ਬੈਠਾ, ਮੇਰੇ ਅੰਗ ਸੰਗ ਬੈਠਾ, ਨੇੜੇ ਬੈਠਾ ਪ੍ਰਤੀਤ ਕਰਾ ਦਿੱਤਾ। ਮਨ ਮੰਨ ਗਿਆ ਕਿ ਉਹ ਬਿਲਕੁਲ ਨੇੜੇ ਹੈ, ਉਹ ਦੂਰ ਨਹੀਂ ਹੈ। ਨਿਜ ਆਤਮਾ ਰਹਾ ਭਰਪੂਰ ਤੇ ਅੰਤਰ ਆਤਮਾ ਵਿੱਚ ਹੀ
ਉਹਨੂੰ ਬਾਹਰ ਲੱਭਣ ਨੂੰ, ਜਿੱਥੇ ਜਗਤ ਕਮਲਾ ਹੋਇਆ ਫਿਰਦਾ, ਬੌਰਾ ਹੋਇਆ ਫਿਰਦਾ, ਭਾਲਦਾ, ਕਹਿੰਦੇ ਉਹ ਅੰਦਰ ਹਿਰਦੇ ਵਿੱਚ ਨਿਜ ਆਤਮਾ ਵਿੱਚ ਹੀ ਭਰਪੂਰ ਰੂਪ ਦੇ ਵਿੱਚ, ਭਾਵ ਮੁਕੰਮਲ ਰੂਪ ਦੇ ਵਿੱਚ ਮੌਜੂਦ ਮਹਿਸੂਸ ਹੋ ਗਿਆ, ਅਨੁਭਵ ਹੋ ਗਿਆ। ਜਹ ਅਨਹਤ ਸੂਰ ਉਜਿਆਰਾ, ਤਹ ਦੀਪਕ ਜਲੈ ਛੰਛਾਰਾ। ਕਹਿੰਦੇ ਜਿੱਥੇ ਪਹਿਲਾਂ ਹਨੇਰਾ ਸੀ ਹਿਰਦੇ ਦੀ ਕਮਲ ਕੋਠਰੀ ਵਿੱਚ, ਗੁਰੂ ਦੇ ਸ਼ਬਦ ਨੇ ਮਾਨੋ ਗਿਆਨ ਦਾ ਦੀਪਕ ਜਲਾਇਆ, ਤਹ ਦੀਪਕ ਜਲੈ ਛੰਛਾਰਾ। ਜਿਹਦੀ ਮੱਧਮ ਲੋ ਦੇ ਵਿੱਚ ਪਹਿਲਾਂ ਬਿਲਕੁਲ ਅਗਿਆਨ ਦਾ ਹਨੇਰਾ ਸੀ, ਗੁਰੂ ਨਾਲ ਭੇਂਟ ਹੋਈ, ਸ਼ਬਦ ਨਾਲ ਜੁੜਨੇ ਸ਼ੁਰੂ ਹੋਏ ਤਾਂ ਮਾਨੋ ਉਸ ਅੰਧੇਰੇ ਵਿੱਚ ਦੀਪਕ ਜਲ ਗਿਆ ਹਿਰਦੇ ਰੂਪੀ ਘਰ ਵਿੱਚ। ਉਸ ਦੀਪਕ ਦੀ ਲੋ ਦੇ ਚਾਨਣੇ ਵਿੱਚ, ਗੁਰੂ ਦੀ ਸ਼ਬਦ ਦੀ ਅਗਵਾਈ ਵਿੱਚ, ਉਸ ਕੋਠਰੀ ਵਿੱਚ ਪਹੁੰਚ ਗਏ ਜਿੱਥੇ ਰਤਨ ਅਨੂਪ ਨੇ। ਰਤਨ ਕੋਠਰੀ ਖੁੱਲੀ ਅਨੂਪਾ, ਜਿਨ੍ਹਾਂ ਦੀ ਉਪਮਾ ਨਹੀਂ ਹੋ ਸਕਦੀ। ਤੇ ਉੱਥੇ ਇੰਨਾ ਸ਼ਬਦ ਦੇ ਰਾਹੀਂ ਪ੍ਰਕਾਸ਼ ਹੋ ਗਿਆ, ਅਨਹਤ ਸ਼ਬਦ ਦਾ, ਮਾਨੋ ਸੂਰਜ ਜਿੰਨਾ ਪ੍ਰਕਾਸ਼ ਉੱਥੇ ਚਾਨਣ ਹੋ ਗਿਆ, ਭਾਵ ਹਨੇਰੇ ਦੀ, ਅਗਿਆਨ ਦੇ ਹਨੇਰੇ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਕਹਿੰਦੇ ਗੁਰੂ ਦੀ ਕਿਰਪਾ ਨਾਲ ਆ ਸਾਰਾ ਸਬਬ ਬਣਿਆ ਕਿ ਕਿੱਥੇ ਹਨੇਰੇ ਵਿੱਚ ਟੱਕਰਾਂ ਮਾਰਦੇ ਸੀ, ਉਹ ਮਾਇਆ ਦੀ ਚਮਕਾਰ ਦੇ ਪਿੱਛੇ ਹੀ ਬੌਰੇ ਹੋਏ, ਕਮਲੇ ਹੋਏ ਆਪਣਾ ਜੀਵਨ ਨਸ਼ਟ ਕਰ ਰਹੇ ਸੀ। ਗੁਰੂ ਨੇ ਕਿਰਪਾ ਕਰਕੇ ਮਾਨੋ ਬਿਜਲੀ ਦੀ ਚਮਕ ਵਾਂਗ ਉਹ ਰਤਨ ਕਮਲਾਂ ਦੀ ਕੋਠੜੀ ਵਿੱਚ, ਜਿੱਥੇ ਬੇਅੰਤ ਰਤਨ ਪਦਾਰਥ ਪਏ ਨੇ ਨਾਮ ਰੂਪੀ, ਉੱਥੇ ਤੱਕ ਪਹੁੰਚ ਕਰਾ ਦਿੱਤੀ। ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਸੰਭਵ ਹੋਇਆ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਤੇ ਨਾਮਦੇਵ ਗੁਰੂ ਪਰਮੇਸ਼ਰ ਦਾ ਜਨ ਸੇਵਕ ਬਣ ਕੇ ਉਹ ਸਹਿਜ ਅਵਸਥਾ ਵਿੱਚ, ਅਡੋਲ ਅਵਸਥਾ ਵਿੱਚ, ਜਿੱਥੇ ਹੁਣ ਮਾਇਆ ਦੇ ਰੰਗ ਤਮਾਸ਼ੇ ਉਹ ਫਸਲਾ ਨਹੀਂ ਸਕਦੇ, ਪ੍ਰਭਾਵਿਤ ਨਹੀਂ ਕਰ ਸਕਦੇ, ਡੁਲਾ ਨਹੀਂ ਸਕਦੇ, ਆਪਣੇ ਪਿੱਛੇ ਨਹੀਂ ਲਾ ਸਕਦੇ, ਮਨ ਜਿਹੜਾ ਉਹ ਟਿਕ ਗਿਆ ਮੁਕਤ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਟਿਕ ਗਿਆ। ਸੋ ਇਹ ਸੰਖੇਪ ਜੀ ਵਿਚਾਰ ਆਪਾਂ ਆਖਰੀ ਅਰਥ ਕੀਤੇ ਨੇ। ਹੁਣ ਸਾਹਿਬਾਂ ਦੀ ਕਿਰਪਾ ਸਦਕਾ ਆਪਾਂ ਰਹਾਉ ਦੇ ਬੰਦ ਤੋਂ ਹੀ ਆਰੰਭ ਕਰਦੇ ਹਾਂ। ਨਾਦ ਸਮਾਇਲੋ ਰੇ, ਸਤਿਗੁਰ ਭੇਟ ਲੈ ਦੇਵਾ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਪਾਵਨ ਬਚਨਾਂ ਵਿੱਚ ਸਾਨੂੰ ਇਹ ਸਾਰੇ ਜਗਤ ਨੂੰ ਸਮਝਾਇਆ ਹੈ ਕਿ ਜਿਸ ਕਾਰਜ ਲਈ ਤੁਹਾਨੂੰ ਇਹ ਜਨਮ ਮਿਲਿਆ, ਮਨੁੱਖਾ ਦੇਹੀ ਮਿਲੀ ਹੈ, ਉਹ ਹੈ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ ਵੀ ਸਮਝਾਇਆ ਹੈ ਕਿ ਉਸ ਮਾਲਕ ਤੋਂ ਵਿਛੜੇ ਹੋਏ ਆ ਆਪਣੀ ਕਿਰਤ ਕਰਮ ਕਰਕੇ, ਉਹਨੂੰ ਮਿਲਣ ਦਾ ਇਹ ਇੱਕ ਅਮੋਲਕ ਮੌਕਾ ਹੈ, ਅਵਸਰ ਹੈ, ਉਹਨੂੰ ਐਵੇਂ ਨਹੀਂ ਗਵਾਉਣਾ। ਨਾਲ ਇਹ ਵੀ ਸਪਸ਼ਟ ਕਰ ਦਿੱਤਾ ਸਾਹਿਬਾਂ ਨੇ ਬਾਣੀ ਵਿੱਚ ਕਿ ਉਹਨੂੰ ਮਿਲਣ ਲਈ ਆਪਣੀ ਅਕਲ, ਸਿਆਣਪ, ਬੁੱਧੀ, ਚਤੁਰਾਈ, ਸਮਰੱਥਾ, ਗਿਆਨ, ਤਾਕਤ ਕੰਮ ਨਹੀਂ ਆਉਣੀ। ਉਹਦੇ ਲਈ ਪੂਰੇ ਗੁਰੂ ਦੀ ਸ਼ਰਨ ਜਾਣਾ ਪੈਣਾ, ਪੂਰੇ ਗੁਰੂ ਨੂੰ ਤਨ ਮਨ ਧਨ ਸਮਰਪਿਤ ਕਰਨਾ ਪੈਣਾ। ਜੋ ਗੁਰੂ ਪਾਤਸ਼ਾਹ ਅਮੋਲਕ ਬਚਨ, ਉਪਦੇਸ਼ ਰੂਪੀ, ਸ਼ਬਦ ਰੂਪੀ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਅਪਣਾਉਣਾ ਪੈਣਾ ਜੀਵਨ ਵਿੱਚ। ਤਾਂ ਔਗਣ ਹੌਲੀ ਹੌਲੀ ਤਿਆਗ ਕੇ ਸਹਿਜੇ ਸਹਿਜੇ ਗੁਣਾਂ ਨਾਲ ਭਰਪੂਰ ਹੋ ਕੇ ਇੱਕ ਦਿਨ ਉਹ ਗੁਣ ਨਿਧਾਨ ਦਾ ਰੂਪ ਹੋ ਕੇ ਆ ਜੀਵਨ ਜਿਹੜਾ ਹੈ, ਇਹਦੀ ਯਾਤਰਾ ਸਫਲ ਹੋ ਜਾਣੀ। ਸਾਹਿਬਾਂ ਨੇ ਜਪਜੀ ਸਾਹਿਬ ਚ ਬਚਨ ਬਖਸ਼ਿਸ਼ ਕੀਤਾ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਲੋਕ ਜੋਗੀ ਜਿਹੜੇ ਨੇ ਉਹ ਕਿਸੇ ਅਲੱਗ ਕਿਸਮ ਦੇ ਨਾਦ ਦੇ ਬੌਰੇ ਹੋਏ ਭਟਕਦੇ ਨੇ। ਹੋਰ ਬਹੁਤ ਸਾਰੇ ਜੀਵ ਕਈ ਤਰ੍ਹਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ, ਆਪਣੇ ਨਿਯਮਾਂ ਸੰਜਮਾਂ ਦਾ ਪਾਲਣ ਕਰਦੇ ਹੋਏ, ਕੋਈ ਗਾ ਕੇ, ਕੋਈ ਨੱਚ ਕੇ, ਕੋਈ ਟੱਪ ਕੇ, ਕੋਈ ਸੂਫੀਆਂ ਵਾਂਗ ਕਿਸੇ ਢੰਗ ਨਾਲ, ਕੋਈ ਰਾਸ ਲੀਲਾ ਨਾਲ, ਕੋਈ ਹੋਰ ਲੀਲਾ ਨਾਲ ਉਹਨੂੰ ਲੱਭਣ ਦਾ, ਉਹਨੂੰ ਪਾਉਣ ਦਾ, ਉਹਦੇ ਨਾਲ ਇਕਮਿਕ ਹੋਣ ਦਾ ਯਤਨ ਕਰਦੇ ਨੇ। ਕੋਈ ਸਮਾਧੀਆਂ ਲਗਾ ਕੇ, ਕੋਈ ਤੀਰਥਾਂ ਤੇ ਇਸ਼ਨਾਨ ਕਰਕੇ, ਕੋਈ ਜਾਪ ਤਾਪ ਨੇਮ ਸੁਚ ਸੰਜਮ ਕਰਕੇ। ਸੋ ਸਾਹਿਬਾਂ ਨੇ ਬਚਨ ਬਖਸ਼ਿਸ਼ ਕਰਕੇ ਸਮਝਾਇਆ ਕਿ ਸ਼ਬਦ ਤੋਂ ਬਿਨਾਂ ਸਾਰਾ ਜਗਤ ਜਿਹੜਾ ਹੈ, ਬਿਨ ਸ਼ਬਦ ਹੈ ਜਗ ਬੌਰਾ ਨੂੰ, ਬੌਰਾ ਹੋਇਆ, ਕਮਲਾ ਹੋਇਆ ਫਿਰਦਾ। ਔਰ ਉਹਦੇ ਧੁਰ ਤੇ ਦਰ ਕਰ ਤੋਂ ਬਖਸ਼ਿਸ਼ ਹੋਇਆ ਸ਼ਬਦ ਹੀ
ਇਨਸਾਨ ਨੂੰ ਉਹਦੇ ਆਪਣੇ ਮੂਲ ਰੂਪ ਦੇ ਵਿੱਚ ਪਹੁੰਚਾ ਕੇ ਉਹਦੇ ਨਾਲ ਇੱਕਮਿਕ ਹੋਣ ਦੀ ਸਮਰੱਥਾ ਰੱਖਦਾ ਹੈ। ਕਹਿੰਦੇ ਨਿਰੰਕਾਰ ਨੇ ਰਹਿਮਤ ਕੀਤੀ, ਦੇਵਾ ਭਾਵ ਨਿਰੰਕਾਰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ, ਤਾਂ ਪੂਰੇ ਗੁਰੂ ਨਾਲ ਮਿਲਾਪ ਹੋਇਆ। ਕੱਚੇ ਵੀ ਬਹੁਤ ਨੇ, ਪੂਰੇ ਗੁਰੂ ਨਾਲ ਮਿਲਾਪ ਹੋ ਜਾਣਾ ਆਪਣੇ ਆਪ 'ਚ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ, ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ। ਉਹ ਜੀਵ ਸਾਰੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਨਾਲ ਮਿਲਾਪ ਹੁੰਦਾ, ਜਿਹੜੇ ਪੂਰੇ ਗੁਰੂ ਦੀ ਸ਼ਰਨ ਪਹੁੰਚਦੇ ਨੇ। ਤੇ ਜਿਹੜੇ ਗੁਰੂ ਨੂੰ ਆਪਣਾ ਤਨ ਮਨ ਧਨ ਸਮਰਪਿਤ ਕਰ ਦਿੰਦੇ ਨੇ, ਜਿਵੇਂ ਸਾਹਿਬਾਂ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕਰਕੇ ਜੁਗਤ ਬੜੀ ਸਪਸ਼ਟ ਸਮਝਾਈ ਹੈ ਕਿ ਇਸ ਤੋਂ ਬਿਨਾਂ ਨਹੀਂ ਹਾਸਲ ਹੋ ਸਕਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇੰਨੀ ਪਿਆਰੀ ਜੁਗਤ ਹੈ ਔਰ ਇੰਨੀ ਸਪਸ਼ਟ ਜੁਗਤ ਹੈ ਕਿ ਤਨ ਵੀ ਉਹ ਕਰੇਗਾ ਜੋ ਗੁਰੂ ਆਖੇਗਾ, ਮਨ ਵੀ ਉਹ ਕਰੇਗਾ ਜੋ ਗੁਰੂ ਚਾਹੇਗਾ, ਔਰ ਧਨ ਦੀ ਵਰਤੋਂ ਵੀ ਉਦਾਂ ਹੋਵੇਗੀ ਜਿਵੇਂ ਗੁਰੂ ਹੁਕਮ ਕਰੇਗਾ। ਭਾਵ ਜਿਹੜਾ ਆਪਣਾ ਤਨ ਮਨ ਧਨ ਗੁਰੂ ਦੇ ਆਸ਼ੇ ਅਨੁਸਾਰ ਵਰਤਦਾ ਹੈ, ਗੁਰੂ ਦੇ ਹੁਕਮਾਂ ਦੇ ਅਦਬ ਦੇ ਵਿੱਚ ਵਰਤਦਾ ਹੈ, ਉਹ ਸ਼ਬਦ ਨੂੰ ਜਪਦਾ ਜਪਦਾ, ਸ਼ਬਦ ਨੂੰ ਕਮਾਉਂਦਾ ਕਮਾਉਂਦਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ, ਉਹਦਾ ਰੂਪ ਹੋ ਜਾਂਦਾ ਹੈ। ਆਪਾਂ ਬਹੁਤ ਵਾਰੀ ਉਹ ਸ਼ਬਦ ਦੀ ਸਾਂਝ ਕੀਤੀ ਹੈ ਵੀ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਆ ਉਹਦਾ ਰੂਪ ਹੋ ਜਾਈਦਾ, ਉਹਦੇ ਵਰਗੇ ਬਣ ਜਾਈਦਾ। ਹਰ ਕੇ ਗੁਣ ਹਰ ਭਾਮਦੇ, ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਜੈਸੋ ਸੇਵੇ ਤੈਸਾ ਹੋਏ। ਜੇ ਗੁਰੂ ਦੇ ਬਚਨਾਂ ਦੀ ਆਪਾਂ ਤਨ ਮਨ ਧਨ ਨਾਲ ਮੰਨਾਂਗੇ, ਅਦਬ ਕਰਾਂਗੇ, ਤਾਂ ਫਿਰ ਗੁਣਾ ਕਰਕੇ ਗੁਰੂ ਪਰਮੇਸ਼ਰ ਵਰਗੇ ਸਹਿਜੇ ਸਹਿਜੇ ਹੋ ਕੇ ਇੱਕ ਦਿਨ ਇਨ ਬਿਨ ਹੂ ਬਹੂ ਉਹਦੇ ਵਰਗੇ ਹੋ ਕੇ ਉਹਦੇ 'ਚ ਸਮਾ ਜਾਵਾਂਗੇ। ਸੋ ਕਹਿੰਦੇ ਮੇਰਾ ਮਨ ਜਿਹੜਾ ਹੈ ਉਹ ਪਹਿਲਾਂ ਮਾਇਆ ਤੋਂ ਪ੍ਰਭਾਵਿਤ ਹੁੰਦਾ ਸੀ, ਮਾਇਆ ਦੇ ਰੰਗ ਤਮਾਸ਼ਿਆਂ ਤੋਂ ਪ੍ਰਭਾਵਿਤ ਹੁੰਦਾ ਸੀ, ਲੇਕਿਨ ਜਦੋਂ ਤੋਂ ਪੂਰੇ ਗੁਰੂ ਨਾਲ ਮਿਲਾਪ ਹੋਇਆ, ਪੂਰੇ ਗੁਰੂ ਦੇ ਸ਼ਰਨ 'ਚ ਗਏ ਆ, ਮਨ ਗੁਰੂ ਨੂੰ ਅਰਪਣ ਕੀਤਾ, ਤਨ ਮਨ ਅਰਪਣ ਕੀਤਾ, ਤਾਂ ਮਨ ਜਿਹੜਾ ਹੈ ਉਹ ਸ਼ਬਦ ਨਾਲ ਜੁੜਦਾ ਹੈ, ਔਰ ਸ਼ਬਦ ਵਿੱਚ ਇਹ ਸਮਰੱਥ ਹੈ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਸ਼ਬਦ ਦੀ ਕਮਾਈ ਕਰਦਿਆਂ ਜੈ ਜੈ ਸ਼ਬਦ ਅਨਾਹਦ ਬਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਇਹ ਦੁਨੀਆ ਦੇ ਰੰਗ ਤਮਾਸ਼ੇ ਹੋਛੇ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਤੇ ਮਨ ਜਿਹੜਾ ਹੈ ਉਹ ਸ਼ਬਦ ਨਾਲ ਪ੍ਰੀਤ ਪੈ ਜਾਂਦੀ ਹੈ। ਮਨ ਸ਼ਬਦ ਦੇ ਪ੍ਰਭਾਵ ਵਿੱਚ ਸ਼ਬਦ ਨੂੰ ਸਮਰਪਿਤ ਹੋ ਕੇ ਜੋ ਗੁਰੂ ਪਾਤਸ਼ਾਹ ਹੁਕਮ ਕਰਦੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹਨੂੰ ਖੁਸ਼ੀ ਖੁਸ਼ੀ ਖਿੜੇ ਮੱਥੇ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਕਮਾਉਣਾ ਸ਼ੁਰੂ ਕਰਦਾ ਹੈ, ਫਿਰ ਜਿਹਨੂੰ ਦੂਰ ਜਾਪਦੇ ਸੀ ਵੀ ਪਤਾ ਨਹੀਂ ਕਿਤੇ ਦੂਰ ਬੈਠਾ ਹੈ, ਉਹ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਗੁਰੂ ਪਰਮੇਸ਼ਰ ਤਾਂ ਮੇਰੇ ਹਰ ਸਮੇਂ ਨਾਲ ਨੇ। ਗੁਰ ਮੇਰੇ ਸੰਗ, ਗੁਰੂ ਵੀ ਔਰ ਪਰਮੇਸ਼ਰ ਦੋਨਾਂ ਬਾਰੇ ਸਾਹਿਬਾਂ ਨੇ ਬਾਣੀ 'ਚ ਬਚਨ ਬਖਸ਼ਿਸ਼ ਕੀਤੇ ਨੇ ਕਿ ਜਦੋਂ ਸ਼ਬਦ ਨਾਲ ਮਨ ਮੰਨ ਜਾਂਦਾ ਹੈ ਤਾਂ ਫਿਰ ਗੁਰੂ ਵੀ ਅੰਗ ਸੰਗ ਜਾਪਦੇ ਨੇ, ਪਰਮੇਸ਼ਰ ਵੀ ਅੰਗ ਸੰਗ ਜਾਪਦੇ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਲੇ। ਪਰਮੇਸ਼ਰ ਵੀ ਜਿਹੜਾ ਦੂਰ ਜਾਪਦਾ ਸੀ, ਉਹ ਵੀ ਜੈ ਜੈ ਪੇਖੋਂ ਤਹਿ ਹਜ਼ੂਰ ਦੂਰ, ਕਤੋ ਨਾ ਜਾਈ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ। ਉਹ ਵੀ ਅੰਗ ਸੰਗ ਜਾਪਦਾ, ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਕਿ ਤੂੰ ਤਾਂ ਮੇਰੇ ਨਾਲ ਬੈਠਾ ਹੈ, ਅੰਦਰ ਬੈਠਾ ਹੈ, ਮੈਂ ਤੈਨੂੰ ਦੂਰ ਜਾਪਦਾ ਸੀ, ਭੁਲੇਖੇ ਵਿੱਚ ਸੀ, ਤੇ ਹੁਣ ਮੈਨੂੰ ਆ ਅਨੁਭਵ ਵੀ ਹੋ ਗਿਆ, ਭਰੋਸਾ ਵੀ ਹੋ ਗਿਆ, ਵਿਸ਼ਵਾਸ ਹੋ ਗਿਆ ਕਿ ਮੈਂ ਜੋ ਕੁਝ ਕਰ ਰਿਹਾ ਤੁਸੀਂ ਸਭ ਦੇਖ ਰਹੇ ਹੋ, ਬੁੱਝ ਰਹੇ ਹੋ, ਜਾਣ ਰਹੇ ਹੋ, ਤੁਹਾਡੇ ਕੋਲੋਂ ਕੁਝ ਲੁਕਾ ਹੀ ਨਹੀਂ ਸਕਦੇ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਕਹਿੰਦੇ ਜਿਉਂ ਹੀ ਸੁਰਤ ਦੀਆਂ ਅੱਖਾਂ ਨਾਲ ਉਹਦੇ ਦੀਦਾਰ ਕਰਦੇ ਆ, ਤਿਉਂ ਹੀ ਮਨ ਉਹਦੀ ਸਹਿਜ ਸੁਭਾਅ ਉਸਤਤ ਸਿਫਤ ਵਿੱਚ ਜੁੜ ਜਾਂਦਾ। ਰਸਨਾ ਵੀ ਔਰ ਤਨ ਮਨ ਵੀ ਉਹਦੀ ਸਿਫਤ ਗਾਉਣ ਦੇ ਵਿੱਚ ਰੁੱਝ ਜਾਂਦੇ ਨੇ। ਇਹ ਉਹਦੇ ਦੀਦਾਰਾਂ ਦੀ ਬਖਸ਼ਿਸ਼ ਹੈ। ਸਾਹਿਬਾਂ ਨੇ ਬਾਣੀ ਵਿੱਚ ਬਚਨ ਵੀ ਬਖਸ਼ਿਸ਼ ਕੀਤਾ ਹੈ ਕਿ ਗੁਰੂ ਨੂੰ ਜਿਹੜੇ ਭੈ ਭਾਵਨੀ ਨਾਲ ਉਹਦੇ ਬਚਨਾਂ ਰਾਹੀਂ ਦੀਦਾਰ ਕਰਦੇ ਨੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਜਿਨ੍ਹਾਂ ਡਿਠਾ ਮੇਰਾ ਸਤਿਗੁਰ ਭਾਉ ਕਰ, ਤਿਨਕੇ ਸਭ ਪਾਪ ਗਵਾਈ।
ਉਹਨਾਂ ਦੇ ਔਗਣ, ਉਹਨਾਂ ਦੇ ਪਾਪ, ਉਹਨਾਂ ਦੇ ਦੋਸ਼ ਜਿਹੜੇ ਨੇ ਉਹਨਾਂ ਦਾ ਨਾਸ਼ ਕਰ ਦਿੰਦਾ ਹੈ ਗੁਰੂ ਦਾ ਸ਼ਬਦ, ਗੁਰੂ ਦਾ ਦੀਦਾਰ, ਜਿਨ੍ਹਾਂ ਨੇ ਮਨ ਦੀਆਂ ਅੱਖਾਂ ਨਾਲ, ਸੁਰਤ ਦੇ ਲੋਇਣਾ ਨਾਲ ਇਹ ਦੀਦਾਰ ਕੀਤਾ ਹੈ। ਸਾਹਿਬਾਂ ਨੇ ਸਮਝਾਇਆ ਨਾ ਕਿ ਜਿਨ੍ਹਾਂ ਨਾਲ ਉਹਦੇ ਦੀਦਾਰ ਹੁੰਦੇ ਨੇ ਉਹ ਆਹ ਵਾਲੀਆਂ ਅੱਖਾਂ ਨਹੀਂ, ਉਹ ਦੂਸਰੀਆਂ ਅੱਖਾਂ ਨੇ। ਨਾਨਕ ਸੇ ਅਖੜੀਆਂ ਬੇਅਨ ਜਿਨੀ ਲਿਸਿੰਦੋ ਮਾਂ ਪੇਰੀ, ਕਹਿੰਦੇ ਉਹ ਅੱਖਾਂ ਹੋਰ ਨੇ, ਇਹਨਾਂ ਅੱਖਾਂ ਨਾਲ ਨਹੀਂ, ਉਹ ਸੁਰਤ ਦੀਆਂ ਅੱਖਾਂ ਨਾਲ ਦੀਦਾਰ ਹੁੰਦੇ ਨੇ। ਔਰ ਆ ਵੀ ਬਚਨ ਆਪਾਂ ਕਈ ਵਾਰੀ ਸਾਂਝਾ ਕਰਦੇ ਹਾਂ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਰੂਪੀ, ਸ਼ਬਦ ਰੂਪੀ ਭੋਜਨ ਨੂੰ ਪੁੰਚਿਆ, ਖਾਇਆ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰ, ਉਹਨਾਂ ਦਾ ਉਧਾਰ ਹੋ ਗਿਆ, ਜੀਵਨ ਸਫਲ ਹੋ ਗਿਆ ਉਹਨਾਂ ਦਾ। ਕਹਿੰਦੇ ਉਹਨਾਂ ਨੇ ਹੀ ਦੀਦਾਰ ਕੀਤੇ ਨੇ, ਹਮੇਸ਼ਾ ਸੁਰਤ ਦੀਆਂ ਅੱਖਾਂ ਨਾਲ, ਭਾਵਨੀ ਦੀਆਂ ਅੱਖਾਂ ਨਾਲ, ਭੈ ਭਾਵ ਨਾਲ ਦੀਦਾਰ ਕਰਦੇ ਰਹਿੰਦੇ ਨੇ। ਤੇ ਉਹ ਦੀਦਾਰ ਇੰਨਾ ਸੁਖ ਆਨੰਦ ਖੇੜਾ ਦੇਣ ਵਾਲਾ ਹੈ ਕਿ ਉਹ ਦੀਦਾਰ ਕਰਦਿਆਂ ਹੀ ਆਪਣੇ ਆਪ ਹੀ ਤਨ ਮਨ ਜਿਹੜਾ ਹੈ ਉਹਦੀ ਸਿਫਤ ਸਲਾਹ ਵਿੱਚ ਸਹਿਜ ਸੁਭਾਅ ਆਪ ਮੁਹਾਰੇ ਜੁੜ ਜਾਂਦਾ ਹੈ। ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ। ਤੇ ਕਹਿੰਦੇ ਜਦੋਂ ਹੀ ਮੈਂ ਸੁਰਤ ਦੀਆਂ ਅੱਖਾਂ ਨਾਲ ਉਸ ਮਾਲਕ ਦੇ, ਪਰਮੇਸ਼ਰ ਦੇ ਦੀਦਾਰ ਕਰਦਾ, ਕਹਿੰਦੇ ਮਨ ਨੂੰ ਇੰਨੀ ਚੈਨ, ਟਿਕਾਓ, ਧੀਰਜ ਮਿਲਦਾ ਹੈ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਖ ਸਭ ਨਾਸੇ। ਉਹ ਜਿਹੜਾ ਮਨ ਤਪਦਾ ਖਪਦਾ ਹੁੰਦਾ ਹੈ, ਪਾਪਾਂ ਵਿੱਚ, ਮੈਲੇ ਕੁਚੈਲੇ ਫੁਰਨਿਆਂ ਵਿੱਚ, ਮਲੀਨ ਫੁਰਨਿਆਂ 'ਚ ਉਧਰ ਨੂੰ ਭੱਜ ਰਿਹਾ ਹੁੰਦਾ ਹੈ, ਕਹਿੰਦੇ ਉਹ ਬਿਲਕੁਲ ਸ਼ਾਂਤ ਹੋ ਕੇ ਟਿਕ ਕੇ ਬੈਠ ਜਾਂਦਾ, ਉਹਦੀ ਸਿਫਤ ਸਲਾਹ 'ਚ ਜੁੜ ਜਾਂਦਾ ਹੈ। ਇਹ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਸ਼ਬਦ ਨਾਲ ਜੁੜਨ ਦੀ ਬਰਕਤ ਬਖਸ਼ਿਸ਼ ਹੈ। ਨਾਦ ਸਮਾਏ ਲੋਰੇ ਸਤਿਗੁਰ ਭੇਟਲੇ ਦੇਵਾ, ਅਕਾਲ ਪੁਰਖ ਦੀ ਕਿਰਪਾ ਸਦਕਾ ਪੂਰੇ ਗੁਰੂ ਨਾਲ ਮਿਲਾਪ ਹੋਇਆ। ਪੂਰੇ ਗੁਰੂ ਦੇ ਬਚਨਾਂ ਰਾਹੀਂ ਸ਼ਬਦ ਨੂੰ ਕਮਾਉਂਦਿਆਂ ਕਮਾਉਂਦਿਆਂ ਮਨ ਸ਼ਬਦ ਰੂਪ ਹੋ ਕੇ ਸ਼ਬਦ ਵਿੱਚ ਸਮਾ ਗਿਆ। ਜਹ ਚਿਲ ਮਿਲ ਕਾਰ ਦਿਸੰਤਾ, ਤਹ ਅਨਹਦ ਸ਼ਬਦ ਬਜੰਤਾ। ਕਹਿੰਦੇ ਜਿੱਥੇ ਪਹਿਲਾਂ ਮਨ ਹਮੇਸ਼ਾ ਉਹ ਮਾਇਆ ਦੇ ਚਮਕ ਦਮਕ ਵਾਲੇ ਰੰਗ ਤਮਾਸ਼ਿਆਂ ਨੂੰ ਹੀ ਦੇਖਦਾ ਸੀ, ਉਹਨਾਂ ਵਿੱਚ ਹੀ ਰੁੱਝਦਾ ਸੀ, ਉਹਨਾਂ ਨੂੰ ਦੇਖ ਕੇ ਹੀ ਪ੍ਰਸੰਨ ਹੁੰਦਾ ਸੀ, ਕਹਿੰਦੇ ਹੁਣ ਜਿਹੜਾ ਉੱਥੇ ਹਮੇਸ਼ਾ ਸ਼ਬਦ ਦੀ ਗੂੰਜ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਜੈ ਜੈਕਾਰ ਹੁੰਦੀ ਹੈ, ਗੁਰੂ ਦਾ ਸ਼ਬਦ ਹੀ ਉੱਥੇ ਪ੍ਰਵੇਲ ਕਰਦਾ, ਮੌਜੂਦ ਰਹਿੰਦਾ। ਉਹ ਮਾਇਆ ਦੇ ਰੰਗ ਤਮਾਸ਼ਿਆਂ ਵੱਲੋਂ ਮਨ ਹਟ ਗਿਆ। ਜਿਹੜਾ ਬਚਨ ਆਪਾਂ ਹੁਣੇ ਸਾਂਝਾ ਕੀਤਾ ਸੀ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਕਹਿੰਦੇ ਹੋਰ ਜਿਹੜੇ ਅਨਰਸ ਹੋਛੇ ਰਸ ਸੀਗੇ, ਮਾਇਆ ਦੇ ਚਮਕ ਦਮਕ ਵਾਲੇ ਰੰਗ ਤਮਾਸ਼ਿਆਂ ਦੇ, ਕਹਿੰਦੇ ਉਧਰੋਂ ਮਨ ਹਟ ਗਿਆ ਬਿਲਕੁਲ, ਔਰ ਮਨ ਸ਼ਬਦ ਨਾਲ ਜੁੜ ਕੇ ਬਿਨਾਂ ਕਿਸੇ ਦੋ ਵਸਤੂਆਂ ਦੇ ਟਕਰਾਵ ਤੋਂ ਜਿਹੜਾ ਸ਼ਬਦ ਉਤਪੰਨ ਹੁੰਦਾ ਹੈ, ਉਸ ਤੋਂ ਬਿਲਕੁਲ ਨਵੇਕਲਾ ਨਿਆਰਾ ਇਹ ਅਨਹਦ ਸ਼ਬਦ ਜਿਹੜਾ ਸਹਿਜ ਸੁਭਾਅ ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਪ੍ਰਗਟ ਹੁੰਦਾ ਹੈ। ਕਹਿੰਦੇ ਸੁਰਤ ਉਧਰ ਜੁੜ ਕੇ ਉਸ ਸ਼ਬਦ ਨੂੰ ਮਨ, ਉਹ ਸ਼ਬਦ ਵੱਜਦਾ ਹੈ ਅੰਦਰ, ਔਰ ਉਸ ਸ਼ਬਦ ਦਾ ਰਸ ਮਾਣਦੀ ਹੈ ਮੇਰੀ ਸੁਰਤ ਔਰ ਮਨ ਤਨ ਸਾਰਾ। ਇਹ ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਣੀ। ਸਾਹਿਬਾਂ ਨੇ ਬਾਣੀ ਵਿੱਚ ਵਚਨ ਬਖਸ਼ਿਸ਼ ਕੀਤਾ ਹੈ ਕਿ ਮਨ ਵਿੱਚ ਬਹੁਤ ਅਗਿਆਨ ਦਾ ਹਨੇਰਾ ਹੈ, ਗਹਿਰਾ ਹਨੇਰਾ ਹੈ। ਜੇ ਆਪਣਾ ਰਾਹ ਲੱਭਣਾ ਉਸ ਹਨੇਰੇ 'ਚ, ਕਿਉਂਕਿ ਰਾਹ ਲੱਭਦਾ ਨਹੀਂ ਕਿ ਕਿੱਧਰ ਜਾਣਾ, ਮਨੁੱਖ ਭਟਕਦਾ, ਠੇਡਾ ਖਾਂਦਾ, ਡਿੱਗਦਾ ਢਹਿੰਦਾ, ਕੁਰਾਹੇ ਪੈ ਸਕਦਾ, ਚਿੱਕੜ ਵਿੱਚ ਮਾਇਆ ਦੇ ਡੁੱਬ ਸਕਦਾ। ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤਾ ਵੀ ਜੇ ਸੱਚਮੁੱਚ ਠੀਕ ਰਸਤੇ ਤੇ ਤੁਰਨਾ, ਆਪਣੀ ਮੰਜ਼ਿਲ ਤੇ ਪਹੁੰਚਣਾ, ਤੇ ਕੁਰਾਹੇ ਨਹੀਂ ਪੈਣਾ, ਤੇ ਭਟਕ ਕੇ ਖੁਆਰ ਨਹੀਂ ਹੋਣਾ, ਤੇ ਫਿਰ ਦੀਪਕ ਤਾਂ ਚਾਹੀਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਹਨੇਰੇ ਵਿੱਚ ਭਟਕਦੇ ਨੂੰ, ਠੇਡੇ ਖਾਂਦੇ ਨੂੰ, ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਖੁਆਰ ਹੁੰਦੇ ਨੂੰ ਗੁਰੂ ਨੇ ਕਿਰਪਾ ਕੀਤੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਰ ਕਿਰਪਾ ਤੇ ਸੰਤ ਭੇਟਿਆ, ਸਤਿਗੁਰ ਭੇਟੀ ਲੈ ਦੇਵਾ। ਨਿਰੰਕਾਰ ਦੀ ਕਿਰਪਾ ਨਾਲ ਪੂਰੇ ਗੁਰੂ ਨਾਲ ਮਿਲਾਪ ਹੋਇਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਸ
ਪੂਰੇ ਗੁਰੂ ਨੇ ਮੇਰੇ ਮਨ ਵਿੱਚ ਕਹਿੰਦੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਚਾਨਣ ਕਰ ਦਿੱਤਾ। ਇੱਕ ਹੋਰ ਬਚਨ ਬੜਾ ਪਿਆਰਾ ਦੀਪਕ ਬਾਰੇ ਆਪਾਂ ਪੜ੍ਹਦੇ ਹਾਂ, ਪੋਥੀ ਪੁਰਾਣ ਕਮਾਈਐ, ਪਉ ਵੱਟੀ ਇਤ ਤਨ ਪਾਈਐ, ਸਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤੋਂ ਮਿਲੇ। ਉਹ ਅੰਦਰ ਬੈਠਾ ਹੈ, ਲੇਕਿਨ ਜਿੱਥੇ ਬੈਠਾ ਉੱਥੇ ਤੱਕ ਜਾਣ ਦੇ ਰਾਹ ਵਿੱਚ ਅਗਿਆਨ ਦਾ ਹਨੇਰਾ ਪਸਰਿਆ ਹੋਇਆ, ਆਪਣੇ ਕੋਲ ਸਾਧਨ ਨਹੀਂ ਕੋਈ ਜਾਣਦਾ ਰਾਹ ਲੱਭਣ ਦਾ। ਜਦੋਂ ਪੂਰੇ ਗੁਰੂ ਨਾਲ ਮਿਲਾਪ ਹੁੰਦਾ ਹੈ, ਭੇਂਟ ਹੁੰਦੀ ਹੈ, ਤਾਂ ਪੂਰਾ ਗੁਰੂ ਗਿਆਨ ਦਾ ਦੀਪਕ ਜਲਾਉਂਦਾ ਹੈ। ਪੂਰਾ ਗੁਰੂ ਉਂਗਲ ਫੜ ਕੇ ਜੇ ਉਹਦੀ ਸਿੱਖਿਆ ਮੰਨਦੇ ਰਹਿੰਦੇ ਹੋ, ਪਿੱਛੇ ਪਿੱਛੇ ਤੁਰੇ ਆਓ ਮੇਰੇ, ਇਸ ਤਰ੍ਹਾਂ ਤੁਰੇ ਆਓ, ਤਾਂ ਉਸ ਕੋਠਰੀ ਤੱਕ ਪਹੁੰਚ ਜਾਂਦਾ ਜਿੱਥੇ ਉਹ ਮਾਲਕ ਬਿਰਾਜਮਾਨ ਹੈ। ਬੜਾ ਪਿਆਰਾ ਇਹ ਜੁਗਤ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਕਿ ਉਸ ਗਿਆਨ ਦੇ ਦੀਪਕ ਨੂੰ ਬਾਲਣ ਲਈ ਤੇਲ ਕਿਹੜਾ ਚਾਹੀਦਾ। ਸੱਚ ਬੂਝਣ ਆਣ ਜਲਾਈਏ, ਕਹਿੰਦੇ ਸੱਚ ਨੂੰ ਬੁੱਝਣਾ, ਗੁਰੂ ਦੇ ਸ਼ਬਦ ਨੂੰ ਬੁੱਝਣਾ, ਉਹਦੀ ਸਿਫਤ ਸਲਾਹ ਨੂੰ ਬੁੱਝਣਾ, ਕਹਿੰਦੇ ਆਹ ਦੀਪਕ ਹੈ, ਆਹ ਤੇਲ ਹੈ ਉਸ ਦੀਪਕ ਵਿੱਚ ਜਿਹੜਾ ਗਿਆਨ ਦਾ ਦੀਪਕ ਜਲਣਾ। ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੇ, ਕਹਿੰਦੇ ਆਹ ਵਾਲਾ ਤੇਲ ਪਾਓਗੇ ਤਾਂ ਉਹ ਗਿਆਨ ਦਾ ਦੀਪਕ ਜਲੇਗਾ। ਤੇ ਜਦੋਂ ਗਿਆਨ ਦਾ ਦੀਪਕ ਜਲੇਗਾ, ਫਿਰ ਹਨੇਰੇ ਵਿੱਚ ਠੇਡੇ ਨਹੀਂ ਖਾਓਗੇ, ਭਟਕੋਗੇ ਨਹੀਂ, ਕੁਰਾਹੇ ਨਹੀਂ ਪਾਓਗੇ, ਖੁਆਰ ਨਹੀਂ ਹੋਗੇ, ਫਿਰ ਆਪਣੀ ਮੰਜ਼ਿਲ ਨੂੰ ਜਾਣ ਵਾਲਾ ਰਾਹ ਗੁਰੂ ਦੀ ਕਿਰਪਾ ਸਦਕਾ ਦਿਸ ਜਾਏਗਾ, ਤੇ ਗੁਰੂ ਵੀ ਅੰਗ ਸੰਗ ਹੋਏਗਾ, ਤੇ ਗੁਰੂ ਦਾ ਲੜ ਫੜ ਕੇ ਤੁਸੀਂ ਸਹਿਜ ਸੁਭਾਅ ਆਰਾਮ ਨਾਲ ਬਿਨਾਂ ਕਿਸੇ ਪਾਸੇ ਦੁਖੀ ਹੋਏ, ਖੁਆਰ ਹੋਏ, ਭਟਕੇ ਸਿੱਧੇ ਸਿੱਧੇ ਆਪਣੀ ਮੰਜ਼ਿਲ ਤੇ ਉਸ ਮਾਲਕ ਤੱਕ ਪਹੁੰਚ ਜਾਓਗੇ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ, ਕਹਿੰਦੇ ਗੁਰੂ ਦੇ ਜਦੋਂ ਲੜ ਲੱਗੇ, ਗੁਰੂ ਨਾਲ ਭੇਂਟ ਹੋਈ, ਗੁਰੂ ਦੇ ਸ਼ਬਦ ਨਾਲ ਕਮਾਉਣ ਲੱਗੇ, ਤੇ ਕਹਿੰਦੇ ਉਹ ਮਾਇਆ ਦੇ ਰੰਗ ਤਮਾਸ਼ੇ ਚਮਕ ਦਮਕ ਵਾਲਿਆਂ ਤੋਂ ਮਨ ਹਟ ਗਿਆ, ਸ਼ਬਦ ਨਾਲ ਜੁੜ ਕੇ ਉਸ ਅਨਹਦ ਸ਼ਬਦ ਦਾ ਰਸ ਮਾਣਦਾ। ਜੋਤੀ ਜੋਤ ਸਮਾਨੀ, ਤੇ ਹੁਣ ਔਗਣਾ ਤੋਂ ਮੁਕਤ ਹੋ ਕੇ ਮੇਰੀ ਅੰਤਰ ਆਤਮਾ 'ਚ ਜਿਹੜੀ ਮਲੀਨਤਾ ਸੀ ਮਾਇਆ ਦੀ, ਕਹਿੰਦੇ ਉਹ ਸਾਰੀ ਦੂਰ ਹੋ ਗਈ। ਮੇਰੀ ਅੰਤਰ ਆਤਮਾ ਜਿਹੜੀ ਹੈ ਜੋਤ, ਉਹ ਪਰਮ ਜੋਤੀ ਵਿੱਚ ਸਮਾ ਗਈ, ਉਹਦੇ ਨਾਲ ਇੱਕਮਿਕ ਹੋ ਗਈ, ਉਹਦੇ ਔਰ ਮੇਰੇ 'ਚ ਭੇਦ ਨਹੀਂ ਰਿਹਾ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ, ਪਰ ਕਹਿੰਦੇ ਇਹ ਗੁਰੂ ਦੀ ਕਿਰਪਾ ਨਾਲ ਸੰਭਵ ਹੋਇਆ, ਇਹ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਨਾਲ ਆ ਹੋ ਸਕਿਆ। ਔਰ ਗੁਰੂ ਦੀ ਰਹਿਮਤ ਤਾਂ ਹੋਏਗੀ ਜੇ ਗੁਰੂ ਦੇ ਬਚਨ ਮੰਨਾਂਗੇ। ਹੁਣੇ ਬਚਨ ਪੜਿਆ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਉਹ ਤਾਂ ਬੇਅੰਤ ਔਗਣਾ ਭਰਿਆਂ ਨੂੰ ਵੀ ਖਰੇ ਕਰਨ ਦੀ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਸਮਰੱਥਾ ਰੱਖਦਾ। ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ, ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਸਾਹਿਬ ਤਾਂ ਬਖਸ਼ਿਸ਼ ਕਰਦੇ ਨੇ, ਜਿਹਨੂੰ ਚੰਡਾਲ ਆਖਦੇ ਨੇ, ਉਹ ਵੀ ਉਹਨੂੰ ਯਾਦ ਕਰਕੇ ਸਿਮਰ ਕੇ ਉਹ ਵੀ ਉਧਰ ਜਾਂਦੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਜਿਵੇਂ ਸਾਹਿਬ ਸਾਨੂੰ ਭਰੋਸਾ ਦਿਵਾਉਂਦੇ ਨੇ ਵੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਹੈ। ਮੇਰੀ ਤਾਂ ਗੱਲ ਇਹ ਕੀ ਹੈ, ਮੇਰੇ ਤੋਂ ਕਿਤੇ ਹੋਰ ਵੱਡੇ ਵੱਡੇ ਅਪਰਾਧੀਆਂ ਦਾ ਵੀ ਪਾਰ ਉਤਾਰਾ ਹੋ ਗਿਆ, ਜਿਹੜੇ ਗੁਰੂ ਦੀ ਸ਼ਰਨ, ਜਿਨ੍ਹਾਂ ਨੂੰ ਪੂਰੇ ਗੁਰੂ ਨਾਲ ਮਿਲਾਪ ਹੋ ਗਿਆ, ਤੇ ਜਿਹੜੇ ਪੂਰੇ ਗੁਰੂ ਦੇ ਬਚਨਾਂ ਨੂੰ ਸਮਰਪਿਤ ਹੋ ਗਏ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ, ਗੁਰੂ ਦੀ ਕਿਰਪਾ ਨਾਲ ਮੇਰੀ ਅੰਤਰਾਤਮਾ ਉਸ ਪਰਮ ਅੰਤਰਾਤਮਾ ਨਾਲ, ਜਿਹੜੇ ਸਾਰੇ ਜਗਤ ਦਾ ਜੋਤ ਸਰੂਪ ਪਰਮਾਤਮਾ ਹੈ, ਉਹਦੇ ਨਾਲ ਇੱਕਮਿਕ ਹੋ ਗਈ। ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀਂ, ਕਹਿੰਦੇ ਜਿੱਥੇ ਹਨੇਰੇ ਵਿੱਚ ਪਤਾ ਹੀ ਨਹੀਂ ਸੀ ਕਿ ਇੱਥੇ ਇੰਨੇ ਕੀਮਤੀ ਹੀਰੇ ਮੋਤੀ ਜਵਾਹਰਾਤ ਰਤਨ ਪਏ ਨੇ, ਕਿਉਂਕਿ ਹਨੇਰਾ ਸੀ, ਹਨੇਰੇ 'ਚ ਪਤਾ ਨਹੀਂ ਆ ਕੋਠਰੀ ਵੀ ਹੈਗੀ, ਤੇ ਇਸ ਕੋਠਰੀ ਵਿੱਚ ਇਹ ਏਡਾ ਅਮੁੱਲਕ ਖਜ਼ਾਨਾ ਵੀ ਪਿਆ ਹੋਇਆ। ਸਾਹਿਬ ਬਖਸ਼ਿਸ਼ ਕਰਦੇ ਨੇ ਨਾ ਸਾਨੂੰ ਕਿ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨ, ਕਹਿੰਦੇ ਗੁਰੂ ਦੀ ਕਿਰਪਾ ਨਾਲ, ਕਿਉਂਕਿ ਉਸ ਕੋਠਰੀ ਦੀ ਕੁੰਜੀ ਗੁਰੂ ਕੋਲ ਹੈ। ਗੁਰੂ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨ ਕੁੰਜੀ ਹੱਥ, ਕਹਿੰਦੇ ਉਹ ਕੁੰਜੀ ਉਸ ਕੋਠਰੀ ਦੀ ਗੁਰੂ ਕੋਲ ਹੈ, ਸਮਰੱਥ ਗੁਰੂ ਕੋਲ ਹੈ, ਪੂਰੇ ਗੁਰੂ ਕੋਲ ਹੈ, ਉਸ ਤੋਂ ਬਿਨਾਂ ਉੱਥੇ ਤੱਕ ਪਹੁੰਚ ਨਹੀਂ ਹੋ ਸਕਦੀ। ਕਹਿੰਦੇ ਜਿਉਂ-ਜਿਉਂ ਗੁਰੂ ਦੇ ਸ਼ਬਦ ਦੇ ਪਿੱਛੇ ਮਨ ਤੁਰਿਆ, ਗੁਰੂ ਪਾਤਸ਼ਾਹ ਉਸ ਕੋਠਰੀ ਤੱਕ ਲੈ ਗਏ, ਤੇ ਜਦੋਂ ਉਸ ਕੋਠਰੀ ਦਾ ਦਰਵਾਜ਼ਾ ਖੋਲ੍ਹਿਆ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਮੰਨਣ ਸਦਕਾ, ਕਹਿੰਦੇ ਉੱਥੇ
ਇੰਨੇ ਰਤਨ ਹੀਰੇ ਮੋਤੀ ਜਵਾਹਰਾਤ ਨੇ, ਭੰਡਾਰ ਭਰੇ ਪਏ ਨੇ। ਰਤਨ ਜਵੇਹਰ ਭਰੇ ਭੰਡਾਰ, ਤੋਟ ਨ ਆਵੇ ਜਪ ਨਿਰੰਕਾਰ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਸੋ ਉੱਥੇ ਅਮੋਲਕ ਰਤਨਾ ਦਾ ਖਜ਼ਾਨੇ ਤੱਕ ਗੁਰੂ ਦੇ ਸ਼ਬਦ ਨੂੰ ਮੰਨਣ ਕਰਕੇ ਪਹੁੰਚ ਹੋ ਗਈ। ਮੇਰੇ ਹਿਰਦੇ ਰੂਪੀ ਕਮਲ ਕੋਠੜੀ ਵਿੱਚ ਹੀ ਉਸ ਮਾਲਿਕ ਨੇ ਉਹ ਰਤਨਾ ਦੀ ਖਾਣ, ਉਹ ਰਤਨਾ ਦਾ ਖਜ਼ਾਨਾ ਮਨੋਂ ਪ੍ਰਗਟ ਕਰਕੇ ਦਿਖਾ ਦਿੱਤਾ। ਔਰ ਉੱਥੇ ਕਿਵੇਂ ਪ੍ਰਗਟ ਹੋਇਆ? ਉਸ ਹਨੇਰੇ ਵਿੱਚ ਰੋਸ਼ਨੀ ਕੀਤੀ ਉਸਦੇ ਸ਼ਬਦ ਨੇ, ਚਮਕਾਰ ਬੀਜੁਲ ਤਹੀਂ। ਕਹਿੰਦੇ ਜਿਵੇਂ ਬਿਜਲੀ ਦੀ ਚਮਕਾਰ ਹੁੰਦੀ ਹੈ ਤੇ ਹਨੇਰੇ ਵਿੱਚ ਮਨੁੱਖ ਦੁਬਿਧਾ ਵਿੱਚ ਹੁੰਦਾ, ਭਰਮ ਚ ਹੁੰਦਾ, ਕਿੱਥੇ ਜਾਵਾਂ, ਕਿੱਧਰ ਨਾ ਜਾਵਾਂ, ਕਿੱਧਰ ਪੈਰ ਧਰਾਂ। ਕਹਿੰਦੇ ਉਹ ਰਸਤਾ ਦਿਖ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਨੇ ਉਹ ਉਜਿਆਰਾ ਕੀਤਾ, ਉਹ ਚਾਨਣ ਕੀਤਾ। ਸਾਹਿਬ ਬਖਸ਼ਿਸ਼ ਕਰਦੇ ਨੇ ਨਾ ਬਾਣੀ ਵਿੱਚ, ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸਹਿ ਭਰਮ ਅੰਧੇਰਾ। ਕਹਿੰਦੇ ਉਸ ਮਾਲਕ ਦੀ ਆਰਾਧਨਾ ਕਰਦੇ ਆ, ਬੰਦਗੀ ਕਰਦੇ ਆ, ਤਾਂ ਇੰਨਾ ਚਾਨਣ ਹੁੰਦਾ ਹੈ ਕਿ ਉੱਥੇ ਹਨੇਰੇ ਦੀ ਹੋਂਦ ਰਹਿ ਹੀ ਨਹੀਂ ਸਕਦੀ। ਕੋਟ ਸੂਰ ਉਜਾਰਾ, ਕਈ ਸੂਰਜਾਂ, ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਕਹਿੰਦੇ ਉੱਥੇ ਹੋ ਜਾਂਦਾ ਹਿਰਦੇ ਰੂਪੀ ਕੋਠੜੀ ਵਿੱਚ। ਚਮਕਾਰ ਬੀਜੁਲ ਤਾਹੀਂ, ਕਹਿੰਦੇ ਉੱਥੇ ਮਾਨੋ ਗਿਆਨ ਦੇ ਪ੍ਰਕਾਸ਼ ਦੀ ਬਿਜਲੀ ਚਮਕੀ ਤੇ ਹਨੇਰਾ ਦੂਰ ਹੋ ਗਿਆ ਤੇ ਰਾਹ ਲੱਭ ਗਿਆ। ਤੇ ਉਸ ਰਸਤੇ ਤੇ ਤੁਰਦੇ ਆ ਗੁਰੂ ਦੇ ਪਿੱਛੇ ਪਿੱਛੇ ਉਹ ਰਤਨਾ ਦੀ ਖਾਨ, ਰਤਨਾ ਦੀ ਕੋਠੜੀ ਤੱਕ ਪਹੁੰਚ ਹੋ ਗਈ। ਨਿਜ ਆਤਮੈ ਰਹਿਆ ਭਰਪੂਰ, ਕਹਿੰਦੇ ਉਹ ਅੰਤਰ ਆਤਮਾ ਵਿੱਚ ਹੀ ਬੈਠਾ ਸੀ, ਮੁਕੰਮਲ ਰੂਪ ਦੇ ਵਿੱਚ, ਭਰਪੂਰ ਰੂਪ ਚ। ਆਪਾਂ ਜਿਹੜਾ ਹੁਣੇ ਬਚਨ ਸਾਂਝਾ ਕੀਤਾ ਸੀ, ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਕਹਿੰਦੇ ਤੁਸੀਂ ਤਾਂ ਅੰਦਰ ਮੁਕੰਮਲ ਰੂਪ ਦੇ ਵਿੱਚ ਜੋਤ ਸਰੂਪ ਵਿਦਮਾਨ ਸੀ, ਵਿਰਾਜਮਾਨ ਸੀ ਹਮੇਸ਼ਾ ਹੀ। ਜਦੋਂ ਤੋਂ ਮੈਂ ਪਹਿਲਾ ਸਾਹ ਲਿਆ ਇਸ ਸਰੀਰ ਚ, ਤੁਸੀਂ ਤਾਂ ਉਦੋਂ ਤੋਂ ਨਾਲ ਮੌਜੂਦ ਹੋ, ਆਖਰੀ ਸਵਾਸ ਤੱਕ ਮੌਜੂਦ। ਕਹਿੰਦੇ ਮੈਂ ਤੁਹਾਨੂੰ ਦੂਰ ਜਾਣ ਕੇ, ਤੇ ਤੁਸੀਂ ਕਿਹੜਾ ਦੇਖ ਰਹੇ ਹੋ, ਮਨ ਆਈਆਂ ਕਰਦਾ ਰਿਹਾ। ਲੇਕਿਨ ਜਦੋਂ ਗੁਰੂ ਦੇ ਸ਼ਬਦ ਨਾਲ, ਪੂਰੇ ਗੁਰੂ ਨਾਲ ਭੇਂਟ ਹੋਈ, ਉਹਦੀ ਕਿਰਪਾ ਸਦਕਾ, ਤੇ ਗੁਰੂ ਦੇ ਸ਼ਬਦ ਦੇ ਚਾਨਣ ਵਿੱਚ ਮਨ ਚੋਂ ਅਗਿਆਨ ਦਾ ਹਨੇਰਾ ਦੂਰ ਹੋਇਆ, ਤਾਂ ਮਾਇਆ ਦੇ ਰੰਗ ਤਮਾਸ਼ਿਆਂ ਵਾਲੇ ਜਿਹੜੇ ਕੁਸੰਗ ਦੇ ਕੰਮ ਸੀ ਉਹ ਛੁੱਟ ਗਏ ਸਾਰੇ। ਤੇ ਹੁਣ ਸ਼ਬਦ ਵਿੱਚੋਂ, ਸ਼ਬਦ ਨੂੰ ਕਮਾਉਣ ਵਿੱਚੋਂ ਰਸ ਆਉਣਾ ਸ਼ੁਰੂ ਹੋ ਗਿਆ, ਤੇ ਉਹ ਅੰਤਰ ਆਤਮਾ ਵਿੱਚ ਬੈਠਾ ਹੋਇਆ ਮਹਿਸੂਸ ਅਨੁਭਵ ਹੋ ਗਿਆ। ਸੱਚਮੁੱਚ ਜਿਉਂ-ਜਿਉਂ ਗੁਰੂ ਦੇ ਸ਼ਬਦ ਤੇ ਭਰੋਸਾ ਬਣਦਾ ਹੈ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਕੋਲ ਵੀ ਜਾ ਕੇ ਪਾਤਸ਼ਾਹ ਕੋਲ ਨਤਮਸਤਕ ਹੁੰਨੇ ਆ, ਮੱਥਾ ਟੇਕਦੇ ਆ, ਹਾਜ਼ਰ ਨਾਜ਼ਰ ਕਹਿੰਦੇ ਜ਼ਰੂਰ, ਹਾਜ਼ਰ ਨਾਜ਼ਰ ਮੇਰੇ ਵਰਗੇ ਸਮਝਦਾ ਕੋਈ ਟਾਵਾਂ ਟਾਵਾਂ। ਲੇਕਿਨ ਜਿਉਂ-ਜਿਉਂ ਸ਼ਬਦ ਤੇ ਵਿਸ਼ਵਾਸ, ਭਰੋਸਾ ਬਣਨਾ ਸ਼ੁਰੂ ਹੁੰਦਾ ਹੈ, ਪਿਆਰ ਪ੍ਰੀਤ ਬਣਨੀ ਸ਼ੁਰੂ ਹੋ ਜਾਂਦੀ ਹੈ। ਤਾਂ ਮੈਨੂੰ ਤਾਂ ਹਮੇਸ਼ਾ ਹੁਣ ਐਸਾ ਅਨੁਭਵ ਹੁੰਦਾ ਹੈ ਕਿ ਜਦੋਂ ਵੀ ਕਦੇ ਨਿਤਨੇਮ ਤੋਂ ਬਾਅਦ ਜਾਂ ਕੋਈ ਸ਼ਬਦ ਪੜ੍ਹ ਕੇ ਜਾਂ ਸਹਿਜ ਪਾਠ ਕਰਕੇ ਕਦੇ ਉਸ ਮਾਲਕ ਅੱਗੇ ਛਿਨ ਪਲ ਲਈ ਅਰਦਾਸ ਵੀ, ਬੇਨਤੀ ਵੀ ਕਰੀਦੀ, ਤਾਂ ਆਪਣੇ ਆਪ ਨੂੰ ਅੰਦਰ ਮੁਖਾਤਬ ਹੋ ਕੇ ਕਿ ਤੁਸੀਂ ਬੈਠੇ ਹੋਏ ਹੋ ਨਾਲ, ਮੈਂ ਤੁਹਾਨੂੰ ਕਹਿ ਰਿਹਾ ਦੂਰ ਨਹੀਂ, ਬਿਲਕੁਲ। ਇਹ ਅਨੁਭਵ ਕਰਕੇ ਕਿ ਜਿਹੜੀ ਅੰਤਰਾਤਮਾ, ਜਿਹੜੀ ਮੇਰੀ ਜਿੰਦ ਹੈ, ਉਹ ਮਾਲਕ ਹੀ ਤਾਂ ਹੈ। ਬਿਲਕੁਲ ਉਹਨੂੰ ਅੰਗ ਸੰਗ ਜਾਣ ਕੇ ਅਰਦਾਸ ਕਰੀਦੀ ਹੈ, ਉਹਦੇ ਨਾਲ ਕਮਿਊਨੀਕੇਟ ਕਰੀਦਾ, ਉਹਦੇ ਨਾਲ ਬਚਨ ਵਿਲਾਸ ਕਰੀਦੇ, ਔਰ ਉਹ 'ਚ ਬੜਾ ਆਨੰਦ ਹੈ, ਬੜਾ ਖੇੜ ਹੈ। ਨਿਜ ਆਤਮੈ ਰਹਿਆ ਭਰਪੂਰ, ਜਹ ਅਨਹਤ ਸੂਰ ਉਜਿਆਰਾ, ਤਹ ਦੀਪਕ ਜਲੈ ਛੰਛਾਰਾ। ਕਹਿੰਦੇ ਗੁਰੂ ਦੀ ਕਿਰਪਾ ਸਦਕਾ ਪਹਿਲਾਂ ਤਾਂ ਉਸ ਹਨੇਰੇ ਵਿੱਚ, ਹਿਰਦੇ ਦੇ ਰੂਪੀ ਵਿੱਚ, ਜਿੱਥੇ ਘੁੱਪ ਹਨੇਰਾ ਸੀ ਅਗਿਆਨ ਦਾ, ਗੁਰੂ ਨੇ ਗਿਆਨ ਦਾ ਦੀਪਕ ਜਲਾਇਆ। ਤੇ ਉਸ ਦੀਪਕ ਦੀ ਲੋ ਵਿੱਚ ਜਿਉਂ-ਜਿਉਂ ਗੁਰੂ ਦੇ ਬਚਨਾਂ ਦੇ ਸ਼ਬਦ ਨੂੰ ਕਮਾਉਣਾ ਸ਼ੁਰੂ ਕੀਤਾ, ਉਹ ਉਜਿਆਰਾ ਸੂਰਜ ਦੇ ਪ੍ਰਕਾਸ਼ ਵਾਂਗ ਵੱਧਦਾ ਗਿਆ। ਤੇ ਜਦੋਂ ਬਿਲਕੁਲ ਸ਼ਬਦ ਨੂੰ 100% ਮਨ ਸਮਰਪਿਤ ਹੋ ਗਿਆ, ਹਸਤੀ ਸਿਰਜੋਂ ਅੰਕਸ ਹੈ, ਅਹਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖੈ, ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸਿਸ਼ਟ ਕਾਲੇ। ਤੇ ਉਹਦਾ ਰੂਪ ਹੋ ਗਏ। ਉੱਥੇ ਇੰਨਾ ਪ੍ਰਕਾਸ਼ ਹੋ ਗਿਆ ਕਿ ਹਨੇਰੇ ਦੀ ਕੋਈ ਮਾੜੀ ਜਿਹੀ ਵੀ ਮੌਜੂਦਗੀ ਨਹੀਂ ਰਹੀ। ਤੇ ਉਸ ਅਨਹਤ ਸ਼ਬਦ ਦੇ ਰਾਹੀਂ ਮਾਨੋ ਸੂਰਜ ਜਿੰਨਾ ਪ੍ਰਕਾਸ਼ ਹਿਰਦੇ ਰੂਪੀ ਘਰ ਵਿੱਚ ਹੋ ਗਿਆ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਕਹਿੰਦੇ ਗੁਰੂ ਦੀ ਕਿਰਪਾ ਸਦਕਾ ਹੀ ਇਸ ਅਵਸਥਾ ਰਾਹੀਂ ਉਸ ਮਾਲਕ ਨੂੰ ਜਾਣਿਆ, ਪਹਿਚਾਣਿਆ, ਉਹਦੇ ਤੱਕ ਪਹੁੰਚ ਹੋਈ ਹੈ ਹਿਰਦੇ ਰੂਪੀ ਘਰ ਵਿੱਚ।
ਨਾਮ ਰੂਪੀ ਰਤਨ ਜਵੇਹਰ ਪ੍ਰਗਟ ਹੋਏ ਨੇ, ਉਹ ਰਤਨਾਂ ਦੇ ਖਜ਼ਾਨੇ ਨਾਲ ਸਾਂਝ ਹੋਈ, ਉੱਥੋਂ ਤੱਕ ਪਹੁੰਚ ਹੋਈ ਹੈ। ਤੇ ਹੁਣ ਮਾਇਆ ਦੇ ਉਹ ਰੰਗ ਤਮਾਸ਼ੇ ਲੁਭਾਵਣੇ, ਚਮਕ ਦਮਕ ਵਾਲੇ, ਭਟਕਾਉਣ ਵਾਲੇ, ਭਰਮਾਉਣ ਵਾਲੇ, ਉਹਨਾਂ ਤੋਂ ਖਹਿੜਾ ਛੁੱਟ ਗਿਆ ਹਮੇਸ਼ਾ ਲਈ। ਹੁਣ ਉਸ ਮਾਲਕ ਦੇ ਸੇਵਕ ਨਾਮਦੇਵ ਦਾ ਮਨ, ਆਖਦੇ ਨੇ, ਉਹ ਸਹਿਜ ਅਵਸਥਾ ਵਿੱਚ, ਅਡੋਲ ਅਵਸਥਾ ਵਿੱਚ, ਜਿੱਥੇ ਹੁਣ ਮਨ ਡੋਲਦਾ ਨਹੀਂ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤਿਪਤਾ ਨਹੀਂ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਕਹਿੰਦੇ ਉਹ ਗੁਰੂ ਨੇ ਕਿਰਪਾ ਕਰਕੇ ਉਹ ਐਸਾ ਮੰਤਰ ਦਿੱਤਾ, ਐਸਾ ਮੰਤ ਦਿੱਤਾ, ਐਸੀ ਮਣੀ ਦਿੱਤੀ, ਜੁਗਤ ਦਿੱਤੀ ਨਾਮ ਰੂਪੀ। ਕਹਿੰਦੇ ਹੁਣ ਮਨ ਜਿਹੜਾ ਹੈ ਬਿਲਕੁਲ ਅਡੋਲ ਹੋ ਕੇ, ਸ਼ਾਂਤ ਹੋ ਕੇ, ਉਸ ਪਰਿਪੂਰਨ ਪਰਮੇਸ਼ਮਾ ਵਿੱਚ ਜੋਤੀ ਜੋਤ ਸਮਾਨੀ, ਮੇਰੀ ਅੰਤਰਾਤਮਾ ਜਿਹੜੀ ਹੈ ਉਸ ਪਰਮ ਜੋਤ ਵਿੱਚ ਸਮਾ ਗਈ, ਉਹਦੇ ਨਾਲ ਇੱਕਮਿਕ ਹੋ ਗਈ ਹੈ। ਤੇ ਕਹਿੰਦੇ ਆਨੰਦ ਹੈ, ਖੇੜਾ ਹੈ, ਬਿਲਕੁਲ ਹਮੇਸ਼ਾ ਮਨ ਧੀਰਜ ਵਿੱਚ ਹੈ, ਟਿਕਾਓ ਵਿੱਚ ਹੈ, ਮਨ ਖਿਜਦਾ ਨਹੀਂ, ਤਪਦਾ ਨਹੀਂ, ਖਪਦਾ ਨਹੀਂ, ਔਰ ਹਮੇਸ਼ਾ ਸ਼ਾਂਤ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਕਹਿੰਦੇ ਉਹ ਇੰਨਾ ਆਨੰਦ ਹੈ ਉੱਥੇ, ਇੰਨਾ ਖੇੜਾ ਹੈ ਕਿ ਉਹ ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ। ਉਹਦੇ ਚ ਰਸ ਇੰਨਾ ਹੈ, ਉਹਦੇ ਚ ਮਿਠਾਸ ਇੰਨੀ ਹੈ, ਉਹਦੇ ਚ ਆਨੰਦ ਇੰਨਾ ਹੈ। ਉਹ ਗੂੰਗੇ ਦੀ ਮਠਿਆਈ ਖਾਣ ਵਰਗਾ, ਜਿਵੇਂ ਆਪਾਂ ਬਾਣੀ ਦੇ ਬਚਨ ਪੜ੍ਹਦੇ ਹਾਂ, ਉਹ ਬਿਆਨ ਨਹੀਂ ਹੋ ਸਕਦਾ ਕਿ ਉਹਨੂੰ ਮਿਲ ਕੇ, ਉਹਦੇ ਦੀਦਾਰ ਕਰਕੇ, ਸੁਰਤ ਦੀਆਂ ਅੱਖਾਂ ਨਾਲ ਉਹਦੀ ਸਿਫਤ ਸਲਾਹ ਦੇ ਵਿੱਚੋਂ ਜੋ ਰਸ ਉਤਪੰਨ ਹੋਣਾ ਹੈ, ਜੋ ਆਨੰਦ ਉਤਪੰਨ ਹੋਣਾ ਹੈ, ਜੋ ਖੇੜਾ ਉਤਪੰਨ ਹੋਣਾ ਹੈ, ਜੋ ਖੁਸ਼ੀ ਉਤਪੰਨ ਹੋਣੀ ਹੈ, ਕਹਿੰਦੇ ਉਹ ਸੰਸਾਰ ਦੇ ਸਾਰੇ ਧਨ ਪਦਾਰਥ, ਰੰਗ ਤਮਾਸ਼ਿਆਂ, ਮਨੋਰੰਜਨ ਦੇ ਸਾਧਨ, ਰਾਜਿਆਂ ਮਹਾਰਾਜਿਆਂ ਦੇ ਜਿਹੜੇ ਇੰਨੇ ਅਡੰਬਰ ਨੇ, ਕਹਿੰਦੇ ਉਹਨਾਂ ਵਿੱਚੋਂ ਵੀ ਉਹ ਖੁਸ਼ੀ ਖੇੜਾ ਪ੍ਰਗਟ ਨਹੀਂ ਹੋ ਸਕਦਾ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਕਹਿੰਦੇ ਉਹ ਰਾਜ ਭਾਗ ਦੇ ਸੁਖ ਦੇ ਸਾਧਨਾਂ ਵਿੱਚੋਂ ਵੀ ਉਹ ਆਨੰਦ, ਉਹ ਖੇੜਾ, ਉਹ ਖੁਸ਼ੀ, ਉਹ ਧੀਰਜ, ਉਹ ਟਿਕਾਓ, ਉਹ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਜਿਹੜੀ ਸ਼ਬਦ ਨਾਲ ਜੁੜ ਕੇ, ਸ਼ਬਦ ਨੂੰ ਮਨ ਸਮਰਪਿਤ ਕਰਕੇ, ਸ਼ਬਦ ਨਾਲ ਇੱਕਮਿਕ ਹੋ ਕੇ, ਸ਼ਬਦ ਵਿੱਚ ਲੀਨ ਹੋ ਕੇ ਪ੍ਰਾਪਤ ਹੁੰਦੀ ਹੈ। ਕਹਿੰਦੇ ਉਹ ਖੇੜਾ, ਉਹ ਆਨੰਦ, ਉਹ ਰਸ ਹੋਰ ਕਿਤੇ ਥਾਂ, ਹੋਰ ਕਿਸੇ ਸਾਧਨ ਨਾਲ ਪ੍ਰਾਪਤ ਨਹੀਂ ਹੁੰਦਾ। ਬਿਲਕੁਲ ਇਸ ਭਾਵ ਦਾ ਸ਼ਬਦ ਗੁਰੂ ਪਾਤਸ਼ਾਹ ਦਾ, ਜਗਤ ਗੁਰੂ ਬਾਬੇ ਨਾਨਕ ਦਾ ਵੀ ਸੋਰਠ ਰਾਗ ਵਿੱਚ ਬਖਸ਼ਿਸ਼ ਕੀਤਾ ਹੋਇਆ 599 ਅੰਕ ਤੇ ਮੌਜੂਦ ਹੈ। ਉਹਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਆਹੀ ਸਮਝਾਇਆ, ਔਰ ਇੱਥੋਂ ਇਹ ਸਪਸ਼ਟ ਵੀ ਹੋ ਜਾਂਦਾ ਕਿ ਗੁਰੂ ਪਾਤਸ਼ਾਹ ਨੇ ਸਾਰੇ ਭਗਤਾਂ ਦੀ ਬਾਣੀ ਆਪ ਇਕੱਤਰ ਕੀਤੀ ਹੈ, ਆਪ ਹੀ ਉਹਨੂੰ ਫਿਰ ਪੰਜਵੇਂ ਜਾਮੇ ਚ ਤਰਤੀਬਵਾਰ ਰਾਗਾਂ ਵਿੱਚ ਸੰਕਲਿਤ ਕਰਕੇ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਦੇ ਵਿੱਚ ਮਨ ਸੁਭਾਈਮਾਨ ਕੀਤਾ। ਬਾਬਾ ਨਾਨਕ ਜੀ ਵੀ ਸ਼ਬਦ ਵਿੱਚ ਇਹੀ ਸਮਝਾਉਂਦੇ ਨੇ, ਉਹ ਸ਼ਬਦ ਵਿੱਚ ਜਾਂਤ ਸੋਰਠ ਮਹਲਾ ਪਹਿਲਾ ਘਰ ਤੀਜਾ, ਜਾਂਤ ਸੁਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ, ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਆ ਦੇਣਾ ਉਹ ਨਹੀਂ ਹੈ। ਇੱਥੇ ਵੀ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਦੇਵਾ ਉਹਦੀ ਕਿਰਪਾ ਸਦਕਾ ਸਤਿਗੁਰੂ ਨਾਲ ਭੇਂਟ ਹੋਈ ਹੈ, ਤਾਂ ਸਬਬ ਬਣਿਆ ਇਹ ਸਾਰੇ ਇਸ ਅਵਸਥਾ ਤੱਕ ਪਹੁੰਚਣ ਦਾ। ਮਨ ਮੇਰੇ ਗੁਰਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ। ਗੁਰੂ ਦੇ ਬਚਨਾਂ ਨਾਲ ਹੀ ਸਪਸ਼ਟ ਕਰ ਦਿੱਤਾ ਬਾਬਾ ਨਾਨਕ ਜੀ ਨੇ ਹੋਰ ਕਿ ਹੇ ਮੇਰੇ ਮਨ, ਗੁਰੂ ਦੇ ਬਚਨਾਂ ਰਾਹੀਂ ਹੀ ਅਨਿਧ ਖਜ਼ਾਨਾ ਪਾਇਆ, ਜਿੱਥੇ ਰਤਨ ਪਦਾਰਥ ਲਾਲ ਜਵੇਹਰ ਨੇ, ਤੇ ਤਾਂ ਆ ਮਨ ਜਿਹੜਾ ਉਹ ਸੱਚੇ ਵਿੱਚ ਸਮਾ ਕੇ ਉਹਦਾ ਰੂਪ ਹੋ ਗਿਆ। ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ ਰਾਹੀਂ ਹੀ, ਕਹਿੰਦੇ ਉਹ ਜਿਹੜਾ ਮਨ ਮਾਇਆ ਦੀ ਨੀਂਦ ਵਿੱਚ ਹਨੇਰੇ ਚ ਸੁੱਤਾ ਸੀ, ਅਗਿਆਨ ਚ ਭਟਕ ਰਿਹਾ ਸੀ, ਕਹਿੰਦੇ ਉਹ ਜਾਗ ਗਿਆ। ਤੇ ਫਿਰ ਜਦੋਂ ਜਾਗਿਆ ਤਾਂ ਉਹ ਜਿਹੜੀ ਚੰਚਲ ਮਤ ਸੀ, ਮਾਇਆ ਦੇ ਚਮਕ ਦਮਕ ਵਾਲੇ ਰੰਗ ਤਮਾਸ਼ਿਆਂ ਦੀ ਸੀ, ਕਹਿੰਦੇ ਉਹ ਮਤ ਤਿਆਗ ਦਿੱਤੀ। ਤੇ ਗੁਰੂ ਦੇ ਸਾਖੀ ਨਾਲ, ਗੁਰੂ ਦੀ ਸਿੱਖਿਆ ਵਿੱਚੋਂ ਕਹਿੰਦੇ ਇੰਨਾ ਚਾਨਣ ਮਿਲਿਆ, ਗੁਰਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਹਰ ਕਿਸਮ ਦਾ ਭਰਮ ਹਨੇਰਾ ਜਿਹੜਾ ਸੀ, ਕਹਿੰਦੇ ਉਹ ਦੂਰ ਹੋ ਗਿਆ, ਉਹਦਾ ਨਾਸ ਹੋ ਗਿਆ, ਖਤਮ ਹੋ ਗਿਆ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਕਹਿੰਦੇ ਹੁਣ ਮਨ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਨਾਲ, ਭਾਵ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਗੁਰੂ ਦੇ ਸ਼ਬਦ ਵਿੱਚ ਮਨ ਲੀਨ ਹੋ ਗਿਆ, ਤੇ ਮੇਰਾ ਉਹ ਜਮ ਦੇ ਰਾਹ ਤੇ ਕੁਰਾਹ ਤੇ ਜਿਹੜੇ ਕੁਸੰਗ ਦੇ ਪਿਆ ਸੀ ਮਨ, ਕਹਿੰਦੇ ਉਧਰੋਂ ਹਟ ਗਿਆ।
ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਕਰ ਆਇਆ। ਕਹਿੰਦੇ ਉਹਦੇ ਬਚਨਾਂ ਦੇ ਅਦਬ ਦੇ ਵਿੱਚ, ਗੁਰੂ ਦੇ ਬਚਨਾਂ ਦੇ ਅਦਬ ਦੇ ਵਿੱਚ, ਉਹਦੇ ਸ਼ਬਦ ਦੇ ਅਦਬ ਵਿੱਚ ਜਦੋਂ ਮਨ ਚਲਾ ਗਿਆ, ਤੇ ਕਹਿੰਦੇ ਉਹ ਨਿਰਭਉ ਨਾਲ ਮੇਲ ਹੋ ਗਿਆ। ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਕਰ ਆਇਆ। ਕਹਿੰਦੇ ਫਿਰ ਉਹ ਸਹਿਜ ਅਵਸਥਾ ਵਿੱਚ ਪਹੁੰਚ ਗਿਆ ਮਨ, ਜਿੱਥੇ ਭਗਤ ਜੀ ਕਹਿ ਰਹੇ ਨੇ, ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਨਾਨਕ ਜੀ ਆਖਦੇ ਨੇ, ਕਹਿੰਦੇ ਇਸ ਵਿਚਾਰ ਨੂੰ ਜਿਹੜਾ ਬੁੱਝ ਲੈਂਦਾ ਹੈ ਕਿ ਪੂਰੇ ਗੁਰੂ ਨੂੰ ਤਨ ਮਨ ਸਮਰਪਿਤ ਕੀਤਿਆਂ ਹੀ ਮਨ ਮਾਇਆ ਦੇ ਰੰਗ ਤਮਾਸ਼ਿਆਂ ਤੋਂ ਹਟ ਕੇ ਉਸ ਮਾਲਿਕ ਦੀ ਸਿਫਤ ਸਲਾਹ ਨਾਲ ਜੁੜਦਾ ਹੈ। ਤੇ ਕਹਿੰਦੇ ਸਭ ਤੋਂ ਉੱਤਮ ਸਭ ਸਗਲ ਧਰਮ ਹੈ, ਸ਼ੇਸ਼ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਨ। ਕਹਿੰਦੇ ਸਭ ਤੋਂ ਉੱਤਮ ਕਰਨੀ ਸੰਸਾਰ ਵਿੱਚ ਇਹੀ ਹੈ। ਉਸ ਇਹ ਕਰਨੀ ਜਿਹੜੀ ਨਿਰਮਲ ਕਰਨੀ ਹੈ, ਇਹ ਉਹਦੀ ਸਿਫਤ ਸਲਾਹ ਵਿੱਚੋਂ, ਕੀਰਤ ਵਿੱਚੋਂ ਪ੍ਰਗਟ ਹੋਣੀ ਹੈ। ਤੇ ਉਦੋਂ ਹੋਣੀ ਹੈ ਜਦੋਂ ਪੂਰੇ ਗੁਰੂ ਨਾਲ ਮਿਲਾਪ ਹੋ ਜਾਣਾ ਹੈ ਉਸ ਮਾਲਕ ਦੀ ਨਿਰੰਕਾਰ ਦੀ ਕਿਰਪਾ ਨਾਲ। ਸੋ ਇਹ ਸੰਖੇਪ ਦੀਆਂ ਵਿਚਾਰਾਂ ਅਲਪ ਮਤ ਨਾਲ ਦਾਸ ਨੇ ਆਪ ਜੀ ਨਾਲ ਸਾਂਝੀਆਂ ਕਰਨ ਦਾ ਯਤਨ ਕੀਤਾ। ਸ਼ਬਦ ਨੂੰ ਬਹੁਤ ਡੂੰਘਾਈ ਵਿੱਚ, ਗਹਿਰਾਈ ਵਿੱਚ ਵਿਚਾਰਨ ਦਾ ਸਮਾਂ ਸਬੱਬ ਨਹੀਂ ਬਣਿਆ, ਤੇ ਬਹੁਤ ਸਾਰੀਆਂ ਉਣਤਾਂ ਖਾਮੀਆਂ ਸ਼ਾਇਦ ਰਹਿ ਗਈਆਂ ਹੋਣਗੀਆਂ। ਸਾਰੇ ਵੀਰ ਭੈਣਾਂ ਸੂਝਵਾਨ ਨੇ, ਸੰਗਤ ਸੂਝਵਾਨ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਇਹ ਅਸੀਸ ਬਖਸ਼ਿਸ਼ ਕਰਨੀ। ਪਾਤਸ਼ਾਹ ਜਿਨ੍ਹਾਂ ਬਚਨਾਂ ਦੀ ਸਾਂਝ ਕਰਾਉਂਦੇ ਨੇ ਉਹਨਾਂ ਨੂੰ ਕਮਾਉਣ ਦੀ ਸਮਤ ਵੀ ਬਖਸ਼ਿਸ਼ ਕਰਨ, ਸਮਰੱਥਾ ਬਖਸ਼ਿਸ਼ ਕਰਨ, ਔਰ ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਗੁਰੂ ਕੀ ਸੰਗਤ ਦੇ ਚਰਨ ਪਰਸਦੇ ਰਹਿਣ ਦਾ ਸੁਭਾਗ ਸਮਾਂ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ